ਬਿਲਕੁਲ ਜੀ। ਕੁੜੀ ਬਿਨਾਂ ਮੈਂ ਹੁਣ ਅਧੂਰਾ ਹੋ ਗਿਆ ਜੀ। ਹੁਣ ਮੈਨੂੰ ਨਹੀਂ ਸੀ ਪਤਾ ਵੀ ਇਹਦੇ ਦਿਲ 'ਚ ਇੰਨਾ ਵੈਰ ਸੀਗਾ। ਪਤਾ ਨਹੀਂ ਕੀ ਸੀ ਇਹਦੇ ਦਿਲ ਦੇ ਵਿੱਚ ਜੀ। 30 ਸਾਲ ਹੋ ਗਏ ਸੀ ਸਾਨੂੰ ਇਕੱਠਿਆਂ ਨੂੰ ਰਹਿੰਦਿਆਂ ਨੂੰ ਜੀ। ਪਰ ਮੈਂ ਸੋਚਿਆ ਨਹੀਂ ਸੀ ਅਸੀਂ ਕਦੇ ਵੀ ਜੀ ਵੀ ਇੱਦਾਂ ਸਾਡੇ ਨਾਲ ਹੀ ਹੋ ਜਾਊਗਾ ਜੀ। ਬੜੀਆਂ ਰੀਝਾਂ ਸੀ ਜੀ ਦਿਲ 'ਚ ਉਹਦੇ ਲਈ ਜੀ। ਮੈਂ ਆਪਣੀ ਵਾਈਫ ਨਾਲ ਗੱਲ ਕਰਦਾ ਹੁੰਦਾ ਸੀ ਵੀ ਮੈਂ ਤਾਂ ਉੱਥੇ ਤੱਕ ਨਹੀਂ ਪਹੁੰਚਿਆ ਜੀ। ਪਰ ਆਪਣੀ ਬੇਟੀ ਨੂੰ IPS ਜ਼ਰੂਰ ਬਣਾਊਗਾ ਜੀ। ਵੀ ਉਹਦੇ ਅੱਗੇ ਪਿੱਛੇ ਗੱਡੀਆਂ ਘੁੰਮਣ ਵਾਲੇ ਵੀ ਜਦੋਂ ਵੀ ਕਿਤੇ ਜਾਵੇ ਉਹਨੂੰ ਸਲੂਟ ਮਾਰਨ। ਪਰ ਮੈਨੂੰ ਨਹੀਂ ਪਤਾ ਮੇਰੀਆਂ ਰੀਝਾਂ ਦਿਲ 'ਚ ਹੀ ਰਹਿ ਜਾਣੀਆਂ। ਮੈਂ ਕਿਹਾ ਜੀ ਇਹਨਾਂ ਨੇ ਗੇਟ ਖੜਕਾਇਆ ਜੀ। ਮੈਂ ਕਿਹਾ ਜੀ ਹਾਂਜੀ ਦੱਸੋ। ਕਹਿੰਦੇ ਦਿਲਰੋਜ਼ ਨੂੰ ਰੈਡੀ ਕਰ ਦਿਓ, ਅੱਜ ਕੰਜਕਾਂ ਨੇ। ਮੈਂ ਕਿਹਾ ਜੀ ਠੀਕ ਹੈ ਜੀ। ਮੈਂ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮੀ ਵੀ ਇਹਨਾਂ ਦੇ ਨਾਲ ਦੇ ਕੰਜਕਾਂ ਨੇ ਵੀ ਦਿਲਰੋਜ਼ ਨੂੰ ਰੈਡੀ ਕਰ ਦਿਓ। ਮੈਂ ਵਾਪਸ ਆਇਆ 6:30 7 ਵਜੇ ਤੇ ਮੰਮੀ ਕਹਿੰਦੇ ਮੈਂ ਦੇਖ ਕੇ ਖੁਸ਼ ਹੋਇਆ ਵੀ ਆਪਣੇ ਬੱਚਿਆਂ ਲਈ ਵੀ ਰੈਡੀ ਹੋ ਗਿਆ। ਸਵੇਰੇ 7 ਵਜੇ ਉਸ ਤੋਂ ਰੈਡੀ ਹੋਇਆ ਤੇ ਉਸ ਤੋਂ ਬਾਅਦ ਮੈਂ ਨਾਲਦਿਆਂ ਨੂੰ ਫੜਾਇਆ ਫੁੱਲਾਂ ਦੀਆਂ ਵਰਖਾਂ ਕਰਨ, ਪੈਰ ਚੁੰਮਣ ਉਹਦੇ। ਪਰ ਮੈਨੂੰ ਨਹੀਂ ਸੀ ਪਤਾ ਵੀ ਦਿਲ 'ਚ ਉਹਨਾਂ ਦੇ ਆ ਕੁਛ ਆ। ਨੀਲਮ ਦਾ ਜਿਹੜਾ ਬ੍ਰਦਰ ਆ ਉਹਦਾ ਵਾਈਫ ਨਾਲ ਡਿਸਪਿਊਟ ਚੱਲ ਰਿਹਾ ਸੀਗਾ ਜੀ ਕੋਰਟ ਕਚਹਿਰੀਆਂ ਦੇ ਵਿੱਚ ਜੀ। ਪੂਰਾ ਮਹੱਲਾ ਗਵਾਹ ਵਾ ਜੀ। ਅਸੀਂ ਪਾਪਾ ਮੇਰੇ ਉਹਨਾਂ ਦੀਆਂ ਜਾਂਦੇ ਹੁੰਦੇ ਸੀ ਨਾਲ ਉਹਨਾਂ ਦੇ ਕੋਰਟ ਕਚਹਿਰੀਆਂ ਦੇ ਵਿੱਚ ਜੀ, ਆਪਣੇ ਕੰਮ ਤੋਂ ਛੁੱਟੀ ਕਰ ਕਰਕੇ ਜੀ। ਉਹਦੇ ਫਾਦਰ ਸਾਹਿਬ ਦੇ ਮੂੰਹ ਦੀ ਵਰਡਿੰਗ ਆ, ਅਸੀਂ ਕਹਿੰਦੇ ਤੁਹਾਡਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ ਜਿੰਨਾ ਤੁਸੀਂ ਸਾਡਾ ਕੀਤਾ। ਆਹ ਦੇ ਕੇ ਦੇਣ ਜੀ। ਮੈਂ ਤਾਂ ਜੀ ਆਪਣੇ ਬੱਚੇ ਨੂੰ ਮੈਂ ਮਿਲਿਆ ਹੀ ਨਹੀਂ ਗਾ ਜੀ। ਸ਼ਨੀਵਾਰ ਸਵੇਰੇ ਮਿਲਿਆ ਸੀਗਾ ਜੀ। ਮੈਂ ਸ਼ਾਮ ਨੂੰ ਆਇਆ ਸੁੱਤੀ ਪਈ ਸੀ ਜੀ। ਸਵੇਰੇ ਆਇਆ, ਸਵੇਰੇ ਚਲੇ ਗਿਆ ਡਿਊਟੀ ਤੇ, ਉਦੋਂ ਵੀ ਸੁੱਤੀ ਪਈ ਸੀ। ਪਰ ਮੈਨੂੰ ਨਹੀਂ ਸੀ ਪਤਾ ਵੀ ਇਹ ਪੱਕੀ ਨਹੀਂ ਹੁਣ ਮੈਨੂੰ ਮਿਲਣੀ। ਡਿਊਟੀ ਤੇ ਰਾਤ ਨੂੰ ਆਉਣਾ ਜੀ ਘਰੇ, ਮੈਂ ਮੋੜ ਤੋਂ ਹਾਰਨ ਮਾਰ ਦੇਣਾ ਤੇ ਉਹਨੇ ਮੰਮਾ ਨੂੰ ਕਹਿਣਾ ਵੀ ਮੰਮਾ ਪਾਪਾ ਆ ਗਏ। ਤੇ ਹੁਣ ਇਹ ਨਾ ਕਦੇ ਲੁਕ ਜਾਣਾ, ਕਦੇ ਕਮਰੇ ਪਿੱਛੇ ਲੁਕ ਜਾਣਾ, ਕਦੇ ਪਰਦਿਆਂ ਪਿੱਛੇ ਲੁਕ ਜਾਣਾ। ਹਾਈਡ ਐਂਡ ਸਿਕ ਪਲੇ ਕਰਦੀ ਸੀ ਮੇਰੇ ਨਾਲ ਜੀ। ਮੈਂ ਉਹਨੂੰ ਗੱਡੀ 'ਚ ਉਤਰਨਾ, ਮੈਂ ਉਹਨੂੰ ਆ ਕੇ ਲੱਭਣਾ। ਦਿਲੋਜਾ ਮੇਰਾ ਕਿੱਥੇ ਆ, ਇੱਥੇ ਆ। ਮੈਂ ਕਮਰਿਆਂ ਪਿੱਛੇ ਲੱਭਣ ਲੱਗ ਜਾਣਾ, ਕਦੇ ਪਰਦਿਆਂ ਪਿੱਛੇ। ਫਿਰ ਮੈंने ਜੱਫੀ ਪਾ ਲੈਣੀ ਆ। ਪਰ ਹੁਣ ਮੈਂ ਕਿਸ ਨਾਲ ਖੇਡੂੰਗਾ? ਪੱਕੀ ਹਾਈਡ ਹੋ ਗਈ ਹੁਣ ਤਾਂ। ਕਹਿੰਦੇ ਗਵਾਂਢੀ ਗਵਾਂਢੀ ਦੇ ਹੀ ਕੰਮ ਆਉਂਦਾ ਵਾ। ਅਸੀਂ ਅਕਸਰ ਗੱਲਾਂ ਬਾਤਾਂ ਕਰਦੇ ਹਾਂ ਕਿ ਰਿਸ਼ਤੇਦਾਰ ਹੋਣੀ ਬੇਹੱਦ ਦੂਰ ਰਹਿੰਦੇ ਨੇ ਅਤੇ ਅਸੀਂ ਆਪਣੇ ਨਾਲਦਿਆਂ ਨੂੰ, ਆਪਣੇ ਪੜੋਸੀਆਂ ਨੂੰ ਅਸੀਂ ਆਪਣੇ ਰਿਸ਼ਤੇਦਾਰ ਮੰਨ ਲੈਂਦੇ ਹਾਂ। ਪਰ ਅਜਿਹੀ ਰਿਸ਼ਤੇਦਾਰੀ ਜਿਸ ਦੇ ਵਿੱਚ ਇੱਕ ਬੱਚੀ ਦੀ ਜਾਨ ਚਲੀ ਜਾਵੇ, ਕਿ ਅਜਿਹੇ ਰਿਸ਼ਤੇਦਾਰ ਹੁੰਦੇ ਹੈ। ਸੋ ਕੁਝ ਟਾਈਮ ਪਹਿਲਾਂ ਇਹ ਮਾਮਲਾ ਲੁਧਿਆਣਾ ਦੇ ਵਿੱਚੋਂ ਹੀ ਉਮੜਿਆ, ਸ਼ਿਮਲਾਪੁਰੀ ਇਲਾਕੇ ਤੋਂ, ਜਿੱਥੇ ਇੱਕ 2.5 ਸਾਲ ਦੀ ਬੱਚੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਅਤੇ ਕਤਲ ਕਰਨ ਵਾਲੀ ਨੂੰ ਉਹ ਆਪਣੀ ਭੂਆ ਆਖਦੀ ਹੈ। ਸਭ ਤੋਂ ਪਹਿਲਾਂ ਉਹ ਘਰ ਦਿਖਾਵਾਂਗੇ ਕਿ ਇਹ ਇੱਕੋ ਦੀਵਾਰ, ਇਹ ਦੀਵਾਰ ਜਿਹੜੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ, ਇੱਕੋ ਦੀਵਾਰ ਹੈ। ਹਾਲਾਂਕਿ ਘਰ ਬਿਲਕੁਲ ਨਾਲ ਨਾਲ ਨੇ। ਸੋ ਦੀਵਾਰ ਸਾਂਝੀ ਹੈ, ਪਰ ਫਿਰ ਵੀ ਸੋਚ ਦੇ ਵਿੱਚ ਇੰਨਾ ਫਰਕ ਕਿਉਂ ਆਇਆ ਕਿ ਉਸ 2.5 ਸਾਲ ਦੀ ਦਿਲਰੋਜ਼ ਨੂੰ ਇੰਨੇ ਬੇਰਹਿਮ ਤਰੀਕੇ ਦੇ ਨਾਲ ਮਾਰ ਦਿੱਤਾ? ਕੀ ਬੀਤੀ ਹੋਏਗੀ ਉਸ ਮਾਂ 'ਤੇ ਜਿਸ ਦੀ ਸਿਰਫ ਇੱਕ ਮਹਿਜ਼ 2.5 ਸਾਲ ਦੀ ਬੱਚੀ ਹੈ ਅਤੇ ਗਵਾਂਢੀ ਕਹਿੰਦੇ ਆ ਬਹੁਤ ਕਿਊਟ ਹੈ, ਅਸੀਂ ਖੇਡ ਸਕਦੇ ਹਾਂ ਇਸ ਦੇ ਨਾਲ, ਇਸ ਨੂੰ ਲੈ ਕੇ ਜਾਣਾ ਵੈ। ਅਕਸਰ ਲੈ ਕੇ ਵੀ ਜਾਂਦੇ ਹੈ, ਪਰ ਉਸ ਦੇ ਨਾਲ ਅਜਿਹੀ ਵਾਰਦਾਤ ਹੋ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਘਰ ਦਿਖਾਵਾਂਗੇ ਦਿਲਰੋਜ਼ ਦਾ, ਜੋ ਕਿ ਅੱਜ ਪੂਰੇ ਪੰਜਾਬ, ਪੂਰੇ ਵਿਸ਼ਵ ਭਰ ਦੇ ਵਿੱਚ ਜੋ ਹਰ ਕੋਈ ਇਨਸਾਨ ਉਹਨਾਂ ਨੂੰ ਆਪਣੀ ਬੇਟੀ ਕਹਿ ਰਿਹਾ ਹੈ। ਹਾਲਾਂਕਿ ਅੰਤਿਮ ਯਾਤਰਾ ਜਿਹੜੀ ਹੈ ਉਹ ਹੋ ਚੁੱਕੀ ਹੋਈ ਹੈ, ਪਰ ਫਿਰ ਵੀ ਪਰਿਵਾਰ ਦੇ ਵਿੱਚ ਉਸੇ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਘਰ ਉੱਜੜ ਜਾਂਦਾ ਇੱਕ ਮਾਂ ਪਿਓ ਦਾ, ਜਦ ਇੱਕ ਛੋਟੀ ਜਿਹੀ ਧੀ ਜਿਸ ਨੂੰ ਪਾਲਿਆ ਹੋਵੇ ਉਹ ਨਹੀਂ ਰਹਿੰਦੀ ਇਸ ਦੁਨੀਆ ਦੇ ਵਿੱਚ। ਸਾਡੇ ਨਾਲ ਸਭ ਤੋਂ ਪਹਿਲਾਂ ਦਿਲਰੋਜ਼ ਦੇ ਪਿਤਾ ਜੀ ਮੌਜੂਦ ਨੇ। ਸਰ, ਆਪਣੀ ਬੱਚੀ ਨੂੰ ਪਾਲਣਾ, ਘਰ ਸੁੰਨਾ ਹੋ ਜਾਂਦਾ ਸੀ। ਕਹਿੰਦੇ ਆ ਘਰ ਹੈ ਤਾਂ ਸਾਡੇ ਬੱਚਿਆਂ ਨਾਲ ਹੈ, ਨਹੀਂ ਤਾਂ ਬੱਚਿਆਂ ਤੋਂ ਬਗੈਰ ਘਰ ਕੋਈ ਨਹੀਂ ਇਨਸਾਨ। ਬਿਲਕੁਲ ਜੀ। ਕੁੜੀ ਬਿਨਾਂ ਮੈਂ ਹੁਣ ਅਧੂਰਾ ਹੋ ਗਿਆ ਜੀ। ਹੁਣ ਮੈਨੂੰ ਨਹੀਂ ਸੀ ਪਤਾ ਵੀ ਇਹਦੇ ਦਿਲ 'ਚ ਇੰਨਾ ਵੈਰ ਸੀਗਾ। ਪਤਾ ਨਹੀਂ ਕੀ ਸੀ ਇਹਦੇ ਦਿਲ ਦੇ ਵਿੱਚ ਜੀ। 30 ਸਾਲ ਹੋ ਗਏ ਸੀ ਸਾਨੂੰ ਇਕੱਠਿਆਂ ਨੂੰ ਰਹਿੰਦਿਆਂ ਨੂੰ ਜੀ। ਪਰ ਮੈਂ ਸੋਚਿਆ ਨਹੀਂ ਸੀ ਅਸੀਂ ਕਦੇ ਵੀ ਜੀ ਵੀ ਇੱਦਾਂ ਸਾਡੇ ਨਾਲ ਹੀ ਹੋ ਜਾਊਗਾ ਜੀ।
ਚੌਥੀ ਦੀਵਾਰ ਜਿਹੜੀ ਹੈ ਤੁਹਾਨੂੰ ਲੱਗਦੀ ਹੈ? ਅਸੀਂ ਕਹਿੰਦੇ ਹਾਂ ਰਿਸ਼ਤੇਦਾਰਾਂ ਨੇ ਬਾਅਦ ਚੋਂ ਆਉਣਾ ਹੈ, ਅਸੀਂ ਰਿਸ਼ਤੇਦਾਰੀ ਪਾਉਂਦੇ ਹਾਂ ਆਪਣੇ ਗਵਾਂਢੀਆਂ ਦੇ ਨਾਲ, ਉਹਨਾਂ ਨੂੰ ਅਸੀਂ ਨਾ ਦਿੰਦੇ ਹਾਂ, ਪਰ ਕੀ ਸੋਚਿਆ ਸੀਗਾ ਕਿ ਇਹ ਰਿਸ਼ਤੇਦਾਰੀ ਇੰਨੀ ਮਹਿੰਗੀ ਪੈ ਸਕਦੀ ਹੈ? ਬਿਲਕੁਲ ਨਹੀਂ ਸੋਚਿਆ ਸੀਗਾ ਜੀ, ਕਦੇ ਵੀ ਨਹੀਂ ਸੀ ਸੋਚਿਆ ਸੀਗਾ ਜੀ। ਲਿਵੀ ਇੱਦਾਂ ਲਿਵੀ ਅਗਲਾ ਕਹਿੰਦਾ ਲਿਵੀ ਗਵਾਂਢੀ ਪਹਿਲਾਂ ਨੇ ਰਿਸ਼ਤੇਦਾਰ ਬਾਅਦ ਚੋਂ ਆ ਜੀ। ਲਿਵੀ ਜੇ ਕੋਈ ਰੱਬ ਨਾ ਕਰੇ ਜੇ ਮਿਸਹੈਪਨਿੰਗ ਹੋ ਵੀ ਜਾਂਦੀ ਹੈ, ਬੰਦਾ ਬਿਮਾਰ ਹੋ ਜਾਂਦਾ ਜਾਂ ਕੁਛ ਹੋਰ ਵੀ ਹੋ ਜਾਂਦਾ, ਲਿਵੀ ਗਵਾਂਢੀਆਂ ਨੂੰ ਕਹੋ, ਲਿਵੀ ਉਹ ਹੈਲਪ ਕਰਦੇ ਆ। ਰਿਸ਼ਤੇਦਾਰਾਂ ਨੂੰ ਆਪਾਂ ਫੋਨ ਕਰਕੇ ਸੱਦਦੇ ਹਾਂ, ਫਿਰ ਆਉਂਦੇ ਹੁੰਦੇ ਆ ਰਿਸ਼ਤੇਦਾਰ। ਪਰ ਮੈਨੂੰ ਨਹੀਂ ਸੀ ਪਤਾ ਲਿਵੀ ਮੇਰੇ ਗਵਾਂਢੀ ਮੇਰੀ ਕੁੜੀ ਦੇ ਲਈ ਵੀ ਇੰਨਾ ਉਹ ਦਿਲ 'ਚ ਰੱਖਦੇ ਹੋਣਗੇ। ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਜੀ ਕੀ ਸੀ ਉਹਦੇ ਦਿਲ ਦੇ ਵਿੱਚ ਜੀ। ਫਿਰ ਸੁਪਨੇ ਹੋਣਗੇ ਜਦੋਂ ਬੱਚਾ ਪੈਦਾ ਹੁੰਦਾ ਸੀ, ਨਾਮ ਤੋਂ ਲੈ ਕੇ ਉਹਦੇ ਹਰ ਇੱਕ ਚੀਜ਼ ਬਾਰੇ ਪਹਿਲਾਂ ਸੋਚ ਲੈਂਦੇ ਹਾਂ ਕਿ ਜੇ ਬੱਚਾ ਹੋਏਗਾ ਤਾਂ ਉਹ ਇਸ ਤਰੀਕੇ ਨਾਲ ਲੱਗੇ ਜਾਏਗਾ, ਇਹ ਕਰੇਗਾ। ਬੜੀਆਂ ਰੀਝਾਂ ਸੀ ਜੀ ਉਹਦੇ ਦਿਲ 'ਚ ਉਹਦੇ ਲਈ ਜੀ। ਮੈਂ ਆਪਣੀ ਵਾਈਫ ਨਾਲ ਗੱਲ ਕਰਦਾ ਹੁੰਦਾ ਸੀ ਵੀ ਮੈਂ ਤਾਂ ਉੱਥੇ ਤੱਕ ਨਹੀਂ ਪਹੁੰਚਿਆ ਜੀ, ਪਰ ਆਪਣੀ ਬੇਟੀ ਨੂੰ IPS ਜ਼ਰੂਰ ਬਣਾਊਂਗਾ ਜੀ। ਲਈ ਵੀ ਦੇ ਅੱਗੇ ਪਿੱਛੇ ਗੱਡੀਆਂ ਘੁੰਮਣ, ਹਲੇ ਵੀ ਜਦੋਂ ਵੀ ਕਿਤੇ ਜਾਵੇ ਉਹਨੂੰ ਸਲੂਟ ਮਾਰਨ। ਪਰ ਮੈਨੂੰ ਨਹੀਂ ਪਤਾ ਮੇਰੀਆਂ ਰੀਝਾਂ ਦਿਲ 'ਚ ਹੀ ਰਹਿ ਜਾਣੀਆਂ। ਤੁਹਾਡਾ ਇੱਕ ਹੋਰ ਬੇਟਾ ਵੀ ਹੈ ਮੇਰੇ ਖਿਆਲ ਨਾਲ, ਉਹ ਇਸ ਤੋਂ ਵੱਡਾ? ਉਹ ਮੇਰਾ ਬੇਟਾ ਹਾਂਜੀ 7 ਸਾਲ ਦਾ ਜੀ ਉਹ। ਪਰ ਮੈਨੂੰ ਨਹੀਂ ਸੀ ਪਤਾ ਲਈ ਵੀ ਮੇਰੇ ਨਾਲ ਇੰਨਾ ਕੁਝ ਹੋ ਜਾਊਗਾ ਜੀ। ਮੈਂ ਤਾਂ ਆਪਣੀ ਬੇਟੀ ਨੂੰ ਮਿਲਿਆ ਵੀ ਨਹੀਂ ਸੀਗਾ ਜੀ। ਕਹਿੰਦੇ ਭੂਆ ਭੂਆ ਆਖਦੀ ਹੁੰਦੀ ਸੀ, ਨੀਲਮ ਭੂਆ ਨਾਲ ਜਾਣਾ, ਚੀਜ਼ਾਂ ਲੈਣੀਆਂ, ਸਭ ਕੁਝ ਕਰਕੇ ਦਿੰਦੇ ਹੁੰਦੇ। ਹਾਂਜੀ ਬਿਲਕੁਲ ਜੀ, ਮੇਰੇ ਬੱਚਿਆਂ ਨੂੰ ਬੂਆ ਕਹਿੰਦੇ ਸੀਗੇ ਜੀ। ਪਰ ਮੈਨੂੰ ਨਹੀਂ ਪਤਾ ਰਾਕਸ਼ਸ ਬੂਆ ਇਹੋ ਜੀ ਸੀ। ਮੈਂ ਨਾ ਸਵੇਰੇ ਸਵੇਰੇ ਜਿੰਮ ਜਾਂਦਾ ਸੀਗਾ ਕੰਜਕਾਂ ਵਾਲੇ ਦਿਨ। ਮੈਂ ਕਿਹਾ ਜੀ ਇਹਨਾਂ ਨੇ ਗੇਟ ਖੜਕਾਇਆ ਜੀ। ਮੈਂ ਕਿਹਾ ਜੀ ਹਾਂਜੀ ਦੱਸੋ। ਕਹਿੰਦੇ ਦਿਲਰੋਜ਼ ਨੂੰ ਰੈਡੀ ਕਰ ਦਿਓ, ਅੱਜ ਕੰਜਕਾਂ ਨੇ। ਮੈਂ ਕਿਹਾ ਜੀ ਠੀਕ ਹੈ ਜੀ। ਮੈਂ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮੀ ਲਈ ਵੀ ਇਹਨਾਂ ਨੇ ਨਾਲ ਦੇ ਕੰਜਕਾਂ ਨੇ, ਲਈ ਵੀ ਦਿਲਰੋਜ਼ ਨੂੰ ਰੈਡੀ ਕਰ ਦਿਓ। ਮੈਂ ਵਾਪਸ ਆਇਆ 6:30 7 ਵਜੇ ਤੇ ਮੰਮੀ ਕਹਿੰਦੇ, ਮੈਂ ਦੇਖ ਕੇ ਖੁਸ਼ ਹੋਇਆ ਲਈ ਵੀ ਆਪਣੇ ਬੱਚਿਆਂ ਲਈ ਵੀ ਰੈਡੀ ਹੋ ਗਿਆ। ਸਵੇਰੇ ਸੁੱਤੇ ਪਏ ਉਸ ਤੋਂ ਰੈਡੀ ਹੋਇਆ ਤੇ ਉਸ ਤੋਂ ਬਾਅਦ ਮੈਂ ਨਾਲਦਿਆਂ ਨੂੰ ਫੜਾਇਆ ਫੁੱਲਾਂ ਦੀਆਂ ਵਰਖਾਂ ਕਰਨ, ਪੈਰ ਚੁੰਮਣ ਉਹਦੇ। ਪਰ ਮੈਨੂੰ ਨਹੀਂ ਸੀ ਪਤਾ ਲਈ ਵੀ ਦਿਲ 'ਚ ਉਹਨਾਂ ਦੇ ਆ ਕੁਛ ਆ। ਤੁਹਾਡੇ ਨਾਲ ਕਿਸ ਤਰੀਕੇ ਨਾਲ ਸਲੂਕ ਕਰਦੇ ਸੀ? ਕਿ ਜਾਣ ਪਛਾਣ ਬਿਲਕੁਲ ਠੀਕ ਸੀ, ਕਹਿ ਸੁਣੀ ਹੁੰਦੀ ਸੀ, ਤੇ ਪੂਰਾ ਹਾਦਸਾ ਕਿਸ ਤਰੀਕੇ ਨਾਲ ਵਾਪਰਿਆ? 30 ਸਾਲ ਹੋ ਗਏ ਜੀ ਇੱਥੇ ਰਹਿੰਦਿਆਂ ਨੂੰ ਜੀ, ਕਦੇ ਅੱਜ ਤੱਕ ਨਹੀਂ ਸੀ ਸੋਚਿਆ ਜੀ। ਇਹਨਾਂ ਦੇ ਨੀਲਮ ਦਾ ਜਿਹੜਾ ਬ੍ਰਦਰ ਆ, ਉਹਦਾ ਵਾਈਫ ਨਾਲ ਡਿਸਪਿਊਟ ਚੱਲ ਰਿਹਾ ਸੀਗਾ ਜੀ ਕੋਰਟ ਕਚਹਿਰੀਆਂ ਦੇ ਵਿੱਚ ਜੀ। ਪੂਰਾ ਮਹੱਲਾ ਗਵਾਹ ਵਾ ਜੀ। ਅਸੀਂ ਪਾਪਾ ਮੇਰੇ ਉਹਨਾਂ ਦੀਆਂ ਜਾਂਦੇ ਹੁੰਦੇ ਸੀ ਨਾਲ ਉਹਨਾਂ ਦੇ ਕੋਰਟ ਕਚਹਿਰੀਆਂ ਦੇ ਵਿੱਚ ਜੀ, ਆਪਣੇ ਕੰਮ ਤੋਂ ਛੁੱਟੀ ਕਰ ਕਰਕੇ ਜੀ। ਉਹਦੇ ਫਾਦਰ ਸਾਹਿਬ ਦੇ ਮੂੰਹ ਦੀ ਵਰਡਿੰਗ ਆ, ਅਸੀਂ ਕਹਿੰਦੇ ਤੁਹਾਡਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ ਜਿੰਨਾ ਤੁਸੀਂ ਸਾਡਾ ਕੀਤਾ, ਆਹ ਦੇ ਕੇ ਦੇਣ ਜੀ। ਸੋ ਹੁੰਦਾ ਕਿ ਐਗਜ਼ੈਕਟਲੀ ਉਸ ਤਰੀਕ ਨੂੰ ਕਿਸ ਤਰੀਕੇ ਨਾਲ ਉਹ ਲੈ ਕੇ ਜਾਂਦੇ? CCTV ਫੁਟੇਜ ਅਸੀਂ ਵੀ ਦੇਖੀਆਂ, ਵਾਇਰਲ ਹੁੰਦੀਆਂ ਹੋਈਆਂ, ਪਰ ਕਿਸ ਤਰੀਕੇ ਨਾਲ ਪੂਰਾ ਹਾਦਸਾ ਜਿਹੜਾ ਉਹ ਵਾਪਰਿਆ? ਮੈਂ ਤਾਂ ਜੀ ਆਪਣੇ ਬੱਚੇ ਨੂੰ ਮੈਂ ਮਿਲਿਆ ਹੀ ਨਹੀਂ ਗਾ ਜੀ। ਸ਼ਨੀਵਾਰ ਸਵੇਰੇ ਮਿਲਿਆ ਸੀਗਾ ਜੀ। ਮੈਂ ਸ਼ਾਮ ਨੂੰ ਆਇਆ, ਸੁੱਤੀ ਪਈ ਸੀ ਜੀ। ਸਵੇਰੇ ਆਇਆ, ਸਵੇਰੇ ਚਲੇ ਗਿਆ ਡਿਊਟੀ ਤੇ, ਉਦੋਂ ਵੀ ਸੁੱਤੀ ਪਈ ਸੀ। ਪਰ ਮੈਨੂੰ ਨਹੀਂ ਸੀ ਪਤਾ ਲਈ ਵੀ ਇਹ ਪੱਕੀ ਨਹੀਂ ਬਣ ਮੈਨੂੰ ਮਿਲਣੀ। ਜਦੋਂ ਤੁਸੀਂ ਗਏ ਹੋ ਉਸ ਤੋਂ ਬਾਅਦ ਬੱਚੀ ਨੂੰ ਲੈ ਕੇ ਗਏ ਨੇ? ਹਾਂਜੀ, ਉਸ ਤੋਂ ਬਾਅਦ ਮੇਰੇ ਨਾਲ ਦੀ ਗਲੀ 'ਚ ਮਾਮਾ ਜੀ ਦੇ ਪਾਠ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਫੋਨ ਆਇਆ ਲਈ ਵੀ ਇੱਦਾਂ ਕਰਕੇ ਦਿਲਰੋਜ਼ ਹੈ ਨਹੀਂ ਗੀ। ਮੈਂ ਕਿਹਾ ਕੋਈ ਨਹੀਂ, ਆਲੇ ਦੁਆਲੇ ਦੇਖ ਲਓ, ਇੱਥੇ ਹੀ ਹੋਣੀ ਆ, ਉਹਨੇ ਕਿਹੜਾ ਕਿਤੇ ਜਾਣਾ ਵਾ। ਕਿਉਂ ਦਿਲ 'ਚ ਸਾਡੇ ਹੈ ਹੀ ਨਹੀਂ ਸੀਗਾ ਜੀ, ਆਂਢੀ ਗੁਆਂਢੀਆਂ ਘਰੇ ਬੱਚਾ ਜਾਂਦਾ ਹੀ ਆ। ਤੇ ਮੰਮੀ ਦਾ ਮੈਨੂੰ ਫੋਨ ਆਇਆ, ਵਾਈਫ ਦਾ ਵੀ ਫੋਨ ਆਇਆ, ਲਈ ਵੀ ਹੈ ਨਹੀਂ, ਲਈ ਵੀ ਦਿਲਰੋਜ਼। ਤੇ ਉਸ ਤੋਂ ਬਾਅਦ 'ਚ ਜਦੋਂ ਉਹਨਾਂ ਦੇ ਮੁੰਡੇ ਨੇ, ਮੰਮੀ ਹੁਣੀ ਬਾਹਰ ਜਾ ਨਿਕਲੇ ਜਦੋਂ, ਤੇ ਉਹਨਾਂ ਨੇ ਦੇਖਿਆ ਦਿਲਰੋਜ਼ ਕਿੱਥੇ ਆ। ਤੇ ਉਹਦੇ ਮੁੰਡੇ ਨੇ ਹੀ ਕਹਿਤਾ ਲਈ ਵੀ ਦਿਲਰੋਜ਼ ਮੇਰੀ ਮੰਮਾ ਨਾਲ ਗਏ ਨੇ। ਉਸ ਤੋਂ ਸਾਹਮਣੇ ਦੀ ਕੁੜੀ ਨੇ ਵੀ ਕਹਿਤਾ ਲਈ ਵੀ ਦਿਲਰੋਜ਼ ਉਹਦੇ ਨਾਲ ਗਈ ਆ। ਤੇ 2:17 ਤੇ ਨਿਕਲੇ ਨੇ ਇਹ, ਤੇ 2:19 ਤੇ ਹੀ ਫੋਨ ਕਰਤਾ, 2 ਮਿੰਟ ਬਾਅਦ 'ਚ ਹੀ। ਤੇ ਲਈ ਵੀ ਮੇਰੀ ਵਾਈਫ ਨੇ ਉਹਨੂੰ ਕਿਹਾ ਕਿ ਲਈ ਵੀ ਦੀਦੀ ਦਿਲਰੋਜ਼ ਦਾ ਸੌਣ ਦਾ ਟਾਈਮ ਹੋਇਆ, ਲਈ ਵੀ ਕਿਤੇ ਡਿੱਗ ਨਾ ਪਵੇ। ਉਹ ਮੁੱਕਰ ਹੀ ਗਈ, ਕਹਿੰਦੀ ਮੇਰੇ ਕੋਲ ਤਾਂ ਹੈ ਹੀ ਨਹੀਂ, ਮੈਂ ਤਾਂ ਲੈ ਕੇ ਨਹੀਂ ਗਈ। ਫਿਰ ਮੈਂ ਬ੍ਰਦਰ ਨੂੰ ਕਿਹਾ ਲਈ ਵੀ ਉਸ ਵਕਤ ਗੁਰਦੁਆਰਾ ਅਨਾਉਂਸਮੈਂਟ ਕਰਾਓ, ਸਾਰੇ ਪਾਸੇ ਦੇਖੋ। ਇੰਨੇ ਦਿਨ ਨੂੰ ਮੈਂ ਤੇ ਫੋਨ ਕਰਤਾ ਸਾਰੇ ਪਾਸੇ, ਕੰਟਰੋਲ ਦੇ ਵਿੱਚ ਜੀ, ਕੰਟਰੋਲ ਰੂਮ ਦੇ ਵਿੱਚ, ਤੇ ਸਾਰੇ ਪਾਸੇ ਲੱਭਾ ਉਹਨਾਂ ਨੇ ਹੋ ਗਿਆ ਜੀ। ਫਿਰ ਉਹ ਮੈਨੂੰ ਕਹਿੰਦੇ ਵੀ ਇੱਦਾਂ ਕਰਕੇ ਬੱਚੇ ਦੀ ਫੋਟੋ ਦੇ ਕੇ ਜਾਓ। ਤੇ ਉਸ ਤੋਂ ਬਾਅਦ 'ਚ ਕਰ ਕੇ ਘਰੇ ਆ ਗਈ ਜੀ ਉਹ। ਤੇ ਫਿਰ ਪਾਪਾ ਨੇ ਉਹਨੂੰ ਪੁੱਛਿਆ ਤੇ ਲਈ ਵੀ ਦਿਲਰੋਜ਼ ਕਿੱਥੇ ਆ ਸਾਡੀ?
ਉਹ ਕਹਿੰਦੀ ਮੈਂ ਤਾਂ ਲੈ ਕੇ ਨਹੀਂ ਗਈ। ਫਿਰ ਉਹਨੂੰ ਫੋਟੋ ਦਿਖਾਈ, ਆ ਤੇਰੀ CCTV 'ਚ ਫੋਟੋ। ਇੰਨੀ ਦੇਰ ਨੂੰ SHO ਸਾਹਿਬ ਆਏ ਸੀਗੇ ਨਾਲ ਚੌਂਕੀ ਇੰਚਾਰਜ, ਉਹ ਲੈ ਗਏ ਤੇ ਕਹਿੰਦੇ ਸਾਨੂੰ ਪਹਿਲਾਂ ਬੱਚਾ ਬਰਾਮਦ ਕਰ ਦਿਓ। ਪਰ ਸਾਨੂੰ ਨਹੀਂ ਸੀ ਪਤਾ ਲਈ ਵੀ ਬੱਚਾ ਨਾ ਇੰਨਾ ਮਿਸਹੈਪਨਿੰਗ ਕਰਕੇ ਆਈ ਹਲੇ ਵੀ ਬੱਚਾ ਮਾਰ ਕੇ ਆਈ ਆ, ਮਿੱਟੀ ਦੱਬ ਕੇ ਆਈ ਹੋਈ ਆ। ਉਹਨਾਂ ਨੇ ਜਦੋਂ ਦੱਸਿਆ ਉਦੋਂ ਵੀ ਕਹਿੰਦੇ ਕਿ ਇੱਕ ਆਖਰੀ ਸਾਹ ਜਦੋਂ ਤੁਸੀਂ ਉਹਨਾਂ ਨੂੰ ਫੜਿਆ ਤੇ ਇੱਕ ਆਖਰੀ ਸਾਹ ਦਿਲਰੋਜ਼ ਦਾ ਜਿਹੜਾ ਹੈ ਉਹ ਬਚਿਆ ਹੋਇਆ ਸੀ। ਹਾਂ ਜੀ ਬਿਲਕੁਲ ਜੀ, ਆਖਰੀ ਸਾਹ ਇੱਕ ਬਚਿਆ ਹੋਇਆ ਸੀਗਾ। ਪੁਲਿਸ ਵਾਲੇ ਨੇ ਉੱਥੇ ਬਹੁਤ ਜ਼ਿਆਦਾ ਹਿੰਮਤ ਕੀਤੀ, ਬਹੁਤ ਉਹਨਾਂ ਨੇ ਕੋਸ਼ਿਸ਼ ਕੀਤੀ ਲਈ ਵੀ ਬਚ ਜੇ, ਪਰ ਉਹਨੇ ਕੀਤਾ ਹੀ ਇੰਨਾ ਬੁਰਾ ਸੀਗਾ ਜੀ। ਤੁਸੀਂ ਆਪ ਪੁਲਿਸ ਦੇ ਵਿੱਚੋਂ ਇੱਕ ਮੁਲਾਜ਼ਮ ਹੋਣ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਕਿਸ ਤਰੀਕੇ ਨਾਲ ਜ਼ੁਲਮ ਨੂੰ ਇੰਨੀ ਸਫਾਈ ਦੇ ਨਾਲ ਅੰਜਾਮ ਦੇਣਾ, ਇੰਨੀ ਹਿੰਮਤ ਲੈ ਕੇ ਆਣਾ? ਪਤਾ ਨਹੀਂ ਜੀ ਉਹ ਕੀ ਸੋਚ ਕੇ ਕਿੱਦਾਂ ਉਹਨੇ ਕੀਤਾ ਜੀ, ਬੰਦਾ ਸੋਚ ਨਹੀਂ ਸਕਦਾ ਜੀ ਕੀ ਉਹਦੇ ਦਿਲ 'ਚ ਆਇਆ ਸੀ। ਕਿੱਦਾਂ ਉਹਨੇ ਇੱਕ ਜਿਉਂਦੀ ਜਾਗਦੀ ਬੱਚੀ ਨੂੰ ਮਾਰਿਆ ਜੀ, ਉਹਦੇ ਸਿਰ 'ਚ ਇੱਟਾਂ ਮਾਰੀਆਂ ਜੀ, ਮੂੰਹ 'ਚ ਰੇਤਾ ਪਾਇਆ ਜੀ, ਉਹਦੇ ਉਂਗਲਾਂ ਨਾਲ ਫਿਰ ਸੰਗ ਤੱਕ ਕੀਤਾ ਜੀ, ਫਿਰ ਟੋਆ ਪਟੇ ਸਿਰ ਥੱਲੇ ਲੱਤਾਂ ਉੱਪਰ, ਫਿਰ ਮਿੱਟੀ ਨਾਲ ਭਰਿਆ। ਬਿਲਕੁਲ ਨਾਲ ਦਾ ਤੁਹਾਡਾ ਘਰ ਕਿਉਂਕਿ ਲੱਗਦਾ ਸੀਗਾ, ਕਦੀ ਕਾ ਸੁਣੀ ਹੋਈ ਹੋਵੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਹੋਵੇ? ਕਦੇ ਵੀ ਨਹੀਂ ਜੀ, ਅੱਜ ਤੱਕ ਵੀ ਨਹੀਂ। 30 ਸਾਲ ਹੋ ਗਏ ਸਾਨੂੰ ਇਕੱਠੇ ਨੂੰ ਰਹਿੰਦੇ, ਅੱਜ ਤੱਕ ਕਦੇ ਤੂੰ ਮੈਂ ਹੋਈ ਹੋਵੇ? ਅੱਜ ਤੱਕ ਪੂਰਾ ਮੱਲਾ ਗਵਾਹ ਵਾ ਜੀ ਜੇ ਕੋਈ ਇਹੋ ਜਿਹਾ ਕਦੇ ਵੀ ਹੋਇਆ ਹੋਵੇ। ਪਰ ਪਤਾ ਨਹੀਂ ਸੀ ਉਹਦੇ ਦਿਲ ਦੇ ਵਿੱਚ ਕੀ ਸੀ ਜੀ। ਉਹਦੇ ਫੈਮਿਲੀ ਮੈਂਬਰ ਵੀ ਸਾਨੂੰ ਕਹਿੰਦੇ ਸੀ ਵੀ ਜਿੰਨਾ ਤੁਸੀਂ ਸਾਡੇ ਨਾਲ ਕੀਤਾ ਸ਼ਾਇਦ ਕੋਈ ਇੰਨਾ ਨਹੀਂ ਸੀ ਕਰ ਸਕਦਾ। ਅੱਜ ਜਦੋਂ ਘਰ ਹੁੰਦੇ ਹੋ ਦਿਲਰੋਜ਼ ਨਹੀਂ ਦਿਖਾਈ ਦਿੰਦੀ, ਕਿਸ ਤਰੀਕੇ ਦਾ ਮਹਿਸੂਸ? ਪਤਾ ਨਹੀਂ ਜੀ ਉਹਨਾਂ ਦਾ ਕੀ ਸੀ ਦਿਲ ਦੇ ਵਿੱਚ ਜੀ, ਇਹਦੇ ਬਾਰੇ ਨਹੀਂ ਹੁਣ ਕੁਝ ਕਹਿ ਸਕਦੇ ਜੀ। ਜਿਸ ਬੱਚੀ ਨੂੰ ਤੁਸੀਂ ਆਪਣੇ ਹੱਥਾਂ ਦੇ ਵਿੱਚ ਰੱਖਿਆ, ਜੋ ਸੀ ਫੋਟੋ ਲੈ ਕੇ ਤੁਸੀਂ ਥਾਂ ਥਾਂ ਤੇ ਜਾਂਦੇ ਹੋ ਕਿ ਇਨਸਾਫ ਮਿਲਣਾ ਚਾਹੀਦਾ ਹੈ। ਬਿਲਕੁਲ ਜੀ, ਜਿਸ ਤਰ੍ਹਾਂ ਮੇਰੀ ਬੱਚੀ ਨੂੰ ਹੋਇਆ ਉਦਾਂ ਹੀ ਉਹਦਾ ਵੀ ਹੋਣਾ ਚਾਹੀਦਾ ਜੀ। ਪਰ ਮੈਂ ਨਹੀਂ ਸੀ ਸੋਚਿਆ ਲਈ ਵੀ ਮੇਰੀ ਬੱਚੀ ਮੇਰੇ ਕੋਲੋਂ ਨਹੀਂ ਮਿਲ। ਜਦੋਂ ਮੈਂ ਡਿਊਟੀ ਤੇ ਰਾਤ ਨੂੰ ਆਉਣਾ ਜੀ ਘਰੇ, ਮੈਂ ਮੋੜ ਤੋਂ ਹਾਰਨ ਮਾਰ ਦੇਣਾ ਤੇ ਉਹਨੇ ਮੰਮਾ ਨੂੰ ਕਹਿਣਾ ਲਈ ਵੀ ਮੰਮਾ ਪਾਪਾ ਆ ਗਏ। ਤੇ ਹੁਣ ਇਹ ਨਾ ਕਦੇ ਲੁਕ ਜਾਣਾ, ਕਦੇ ਕਮਰੇ ਪਿੱਛੇ ਲੁਕ ਜਾਣਾ, ਕਦੇ ਪਰਦਿਆਂ ਪਿੱਛੇ ਲੁਕ ਜਾਣਾ। ਹਾਈਡ ਐਂਡ ਸਿਕ ਪਲੇ ਕਰਦੀ ਸੀ ਮੇਰੇ ਨਾਲ ਜੀ। ਮੈਂ ਉਹਨੂੰ ਗੱਡੀ 'ਚ ਉਤਰਨਾ, ਮੈਂ ਉਹਨੂੰ ਆ ਕੇ ਲੱਭਣਾ, ਦਿਲੋਜਾ ਮੇਰਾ ਕਿੱਥੇ ਆ, ਇੱਥੇ ਆ। ਮੈਂ ਕਮਰਿਆਂ ਪਿੱਛੇ ਲੱਭਣ ਲੱਗ ਜਾਣਾ, ਕਦੇ ਪਰਦਿਆਂ ਪਿੱਛੇ, ਫਿਰ ਮੈंने ਜੱਫੀ ਪਾ ਲੈਣੀ ਆ। ਪਰ ਹੁਣ ਮੈਂ ਕਿਸ ਨਾਲ ਖੇਡੂੰਗਾ, ਪੱਕੀ ਹਾਈਡ ਹੋ ਗਈ ਹੁਣ ਤਾਂ। ਕਹਿੰਦੇ ਗੱਡੀ ਨੂੰ ਲੈ ਕੇ ਵੀ। ਸੋ ਇਹ ਘਰ ਤੁਹਾਨੂੰ ਦਿਖਾਵਾਂਗੇ। ਇਸ ਘਰ ਦੇ ਵਿੱਚ 2.5 ਸਾਲ ਦੀ ਬੱਚੀ ਜਿਹੜੀ ਹੈ ਉਹ ਦਿਖਾਈ ਦਿੰਦੀ ਸੀ। ਕਦੀ ਉਹਦੀ ਖਿਲਖਿਲਾਹਟ ਜਿਹੜੀ ਹੈ ਉਹ ਇਸ ਘਰ ਦੇ ਵਿੱਚ ਹੀ ਹੁੰਦੀ ਸੀ, ਪਰ ਅੱਜ ਉਹ ਬੱਚੀ ਜਿਹੜੀ ਹੈ ਉਹ ਇੱਥੇ ਨਹੀਂ ਰਹਿ ਪਾਈ। ਸੋ ਹਰ ਇੱਕ ਚੀਜ਼ ਕਦੀ ਆਪਣੇ ਮਾਪਿਆਂ ਤੋਂ ਮੰਗਦੀ ਸੀ। ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਛੋਟੇ ਬੱਚਿਆਂ ਦੀਆਂ ਖੁਸ਼ੀਆਂ ਜ਼ਰੂਰ ਹੁੰਦੀਆਂ। ਸੋ ਉਹਦੇ ਮਦਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਲਾਂਕਿ ਕਾਫੀ ਦਿਨਾਂ ਤੋਂ ਉਹਨਾਂ ਦੀ ਤਬੀਅਤ ਵੀ ਬਿਲਕੁਲ ਠੀਕ ਨਹੀਂ ਹੈ। ਹੁਣ ਠੀਕ ਹੋ ਤੁਸੀਂ? ਹਾਂਜੀ। ਦਿਲਰੋਜ਼ ਦੀ ਖਬਰ ਮਿਲੀ ਹੈ, ਪੂਰੀ ਦੁਨੀਆ ਜਿਹੜਾ ਉਹ ਅਫਸੋਸ ਜਤਾ ਰਹੀ ਹੈ। ਸਭ ਨੇ ਆ ਕੇ ਚਲੇ ਜਾਣਾ ਦੀ, ਬਟ ਉਹਨੇ ਨਹੀਂ ਵਾਪਸ ਆਣਾ, ਉਹਨੇ ਨਹੀਂ ਵਾਪਸ ਆਣਾ। ਕੀ ਕਹਾਂ, ਕੁਛ ਰਹਿ ਹੀ ਨਹੀਂ ਗਿਆ ਕੁਛ ਬੋਲਣ ਨੂੰ। ਇੱਕ ਮਾਂ 9 ਮਹੀਨੇ ਬੱਚੇ ਨੂੰ ਪੇਟ 'ਚ ਪਾਲਦੀ ਹੈ, ਫਿਰ ਉਹਨੂੰ ਵੱਡਾ ਕਰਦੀ ਹੈ, ਪਰ ਇੱਕਦਮ ਅੱਖਾਂ ਤੋਂ ਓਝਲ ਹੋ ਜਾਂਦਾ ਬੱਚਾ। ਇਹ ਚੀਜ਼ ਦੀ ਤਾਂ ਦੀਦੀ ਤੜਫ ਆ, ਇਹ ਚੀਜ਼ ਦੀ ਤੜਫ ਆ ਕਿ ਅਗਰ ਉਹ ਮੇਰੇ ਬੱਚੇ ਨੂੰ ਲੈ ਗਈ, ਇਹਦੇ ਪਿੱਛੇ ਕੋਈ ਰੀਜ਼ਨ ਨਹੀਂ ਆਇਆ ਹਜੇ ਤੱਕ ਕਿ ਮੈਨੂੰ ਮੇਰੇ ਬੱਚੇ ਦਾ ਖੂਨ ਦਾ ਉਹਨੂੰ ਹੱਕ ਨਹੀਂ ਸੀ, ਬਟ ਮੈਨੂੰ ਰੀਜ਼ਨ ਤਾਂ ਪਤਾ ਹੋਣਾ ਚਾਹੀਦਾ ਉਹਦਾ ਰੀਜ਼ਨ ਕੀ ਸੀਗਾ। ਕੋਈ ਲੜਾਈ, ਕੋਈ ਝੜਪ ਕਿਸੇ ਤਰੀਕੇ ਦੀ? ਬਿਲਕੁਲ ਵੀ ਨਹੀਂ ਦੀਦੀ, 1% ਵੀ ਨਹੀਂ। ਅਗਰ ਇੱਦਾਂ ਦਾ ਕੁਛ ਹੁੰਦਾ, ਤੁਸੀਂ ਸੋਚੋ ਮਾਂ ਆਪਣੇ ਬੱਚੇ ਨੂੰ ਕਿਸੇ ਨਾਲ ਤੋਰਦੀ ਆ, ਅੱਗੇ ਪਿੱਛੇ ਵੀ ਤਾਂ ਉਹ ਲੈ ਕੇ ਜਾਂਦੀ ਸੀ ਨਾ ਮੇਰੇ ਤੋਂ ਮੇਰੇ ਬੱਚੇ ਨੂੰ। ਕੋਈ ਰੀਜ਼ਨ ਇੰਨੇ ਦਿਨ ਤੋਂ ਪੁਲਿਸ ਦੇ ਹੱਥ ਵਿੱਚ ਆ ਤੇ ਉਹਦੇ ਤੋਂ ਕੋਈ ਰੀਜ਼ਨ ਨਹੀਂ ਕਢਵਾਇਆ, ਕੀ ਰੀਜ਼ਨ ਸੀ? ਹਾਲਾਂਕਿ ਉਹਨਾਂ ਨੇ ਕਬੂਲਿਆ ਵੀ ਹੈ ਆਪਣੀ ਇੱਕ ਵੀਡੀਓ ਦੇ ਵਿੱਚ। ਕੀ ਕਹਿ ਰਹੀ ਹੋ? ਕਿ ਪਾਰਕਿੰਗ ਨੂੰ ਲੈ ਕੇ ਵੀ ਇੱਦਾਂ ਹੁੰਦੀ ਸੀ। ਝੜਪ ਤਾਂ ਦੀਦੀ ਤੁਸੀਂ
ਪੂਰੇ ਮੁਹੱਲੇ ਦੇ ਵਿੱਚ ਵੀ ਤਾਂ ਅਗਰ ਤੁਸੀਂ ਮੇਰੇ ਕੋਲੋਂ ਕੁਛ ਪੁੱਛ ਰਹੇ ਹੋ ਤਾਂ ਤੁਸੀਂ ਬਾਕੀ ਲੋਕਾਂ ਤੋਂ ਵੀ ਤਾਂ ਪੁੱਛਿਆ ਨਾ। ਔਰ ਤੁਹਾਨੂੰ ਕਿਸੇ ਇੱਕ ਪਰਸਨ ਨੇ ਵੀ ਇਹ ਚੀਜ਼ ਕਹੀ ਆ ਕਿ ਹਾਂ ਕਿ ਉਹਦੀ ਸਾਡੇ ਨਾਲ ਕਦੇ ਝੜਪ ਹੋਈ ਸੀ? 8 ਸਾਲਾਂ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਉੱਚੀ ਬੋਲ ਕੇ ਦੇਖਿਆ ਹੀ ਨਹੀਂ ਸੀਗਾ। ਤੁਹਾਨੂੰ ਲੱਗਦਾ ਇੱਕ ਆਪਣੀ ਇੱਕ ਮਾਂ ਜਿਹਦੇ ਆਪਣੇ ਬੱਚੇ ਹੋਣ ਉਹ ਕਿਸੇ ਦੀ ਔਲਾਦ ਦੇ ਨਾਲ ਇੰਜ ਕਰ ਸਕੇ? ਇਹ ਚੀਜ਼ ਨੇ ਤਾਂ ਪਾਗਲ ਕੀਤਾ ਪਿਆ। ਜਿਹੜਾ ਉਹ ਇਹ ਘਰ ਵਿੱਚ ਖੇਡਦੀ ਸੀ ਨਾ, ਉਹ ਇੱਥੇ ਮੇਰੇ ਨਾਲ ਸੌਂਦੀ ਸੀ, ਉਹ ਚੀਜ਼ਾਂ ਤਾਂ ਮੈਨੂੰ ਭੁੱਲ ਗਈਆਂ। ਅਗਰ ਦਿਮਾਗ 'ਚ ਚੱਲ ਰਿਹਾ ਤਾਂ ਇਹ ਚੀਜ਼ ਚੱਲ ਰਹੀ ਆ ਕਿ ਉਹਨੇ ਇੰਨਾ ਤੜਫਾ ਕੇ ਕਿਉਂ ਮਾਰਿਆ। ਅਗਰ ਉਹਨੇ ਮਾਰਨਾ ਸੀ ਉਹਨੂੰ ਕੁਛ ਦੇ ਦਿੰਦੀ, ਉਹਨੂੰ ਕੁਛ ਪਿਲਾ ਦਿੰਦੀ। ਅਗਰ ਇੰਨੀ ਬੇਰਹਿਮੀ ਨਾ ਕਰਦੀ ਦੀਦੀ ਉਹ ਉਹਨੂੰ ਕੁਛ ਮਾਰ ਕੇ ਸਬਰ ਨਹੀਂ ਆਇਆ ਉਹਦੇ ਸਿਰ 'ਚ, ਕਿ ਉਹਦਾ ਗਲਾ ਘੁੱਟ ਕੇ ਉਹਨੂੰ ਸਬਰ ਨਹੀਂ ਆਇਆ ਸੀ ਜਿਹੜਾ ਉਹਨੇ ਰੇਤਾ 'ਚ ਦੱਬਣਾ ਸੀਗਾ। ਉਹਨੂੰ ਹੈਂਡ ਓਵਰ ਕਰੋ, ਉਹਨੂੰ ਪਬਲਿਸਿਟੀ ਹੈਂਡ ਓਵਰ ਕਰੋ ਤਾਂ ਪਤਾ ਚੱਲੇ। ਪਤਾ ਹੁਣ ਲੀਗਲੀ ਸਭ ਹੋਊਗਾ, ਇਲੀਗਲੀ ਕੁਛ ਨਹੀਂ ਹੋ ਸਕਦਾ ਦੀਦੀ, ਇਲੀਗਲੀ ਕੁਛ ਨਹੀਂ। ਇੰਨਾ ਵੱਡਾ ਦੁੱਖ ਹੋਣ ਦੇ ਬਾਵਜੂਦ ਮੈਂ ਸਿਰਫ ਇੱਕ ਇਹ ਚੀਜ਼ ਮੰਗੀ ਹੈ ਵੀ ਮੈਨੂੰ ਉਹਦੇ ਫੇਸ ਟੂ ਫੇਸ ਸਾਹਮਣੇ ਕਰ ਦੋ ਕਿ ਮੈਂ ਉਹ ਤੋਂ ਇੱਕ ਕੁਐਸਚਨ ਪੁੱਟ ਕਰਨਾ ਵਾ। ਅਗਰ ਚਾਹੇ ਤੁਸੀਂ ਮੇਰੇ ਹੱਥ ਬੰਨ੍ਹ ਦੋ, ਕੋਈ ਇੱਦਾਂ ਦਾ ਕੁਛ ਨਹੀਂ ਹੋਊਗਾ ਨਾ, ਬਸ ਮੈਂ ਉਹ ਤੋਂ ਕੁਐਸਚਨ ਦਾ ਆਨਸਰ ਮੰਗਣਾ ਵਾ। ਅਗਰ ਮੇਰੇ ਸਾਹਮਣੇ ਇੱਕ ਹਫ਼ਤੇ 'ਚ ਕੁਛ ਨਹੀਂ ਨਾ ਆਇਆ ਤਾਂ ਮੈਨੂੰ ਚੈਨ ਨਹੀਂ ਆਉਣੀ। ਜਿੰਨਾ ਟਾਈਮ ਮੈਨੂੰ ਇੱਦਾਂ ਰੀਜ਼ਨ ਨਹੀਂ ਨਾ ਪਤਾ ਲੱਗਣਾ, ਪੂਰੀ ਜ਼ਿੰਦਗੀ ਮੈਨੂੰ ਚੈਨ ਨਹੀਂ ਆਉਣੀ। ਕੀ ਹੋਊਗਾ ਕਦੇ ਮੇਰੇ ਅੱਖਾਂ ਸਾਹਮਣੇ ਨਹੀਂ ਨਾ ਆਉਣੀ। ਉਹਦੀ ਫੈਮਿਲੀ ਕਿੱਥੇ ਗਈ ਮੈਨੂੰ ਕੁਛ ਨਹੀਂ ਪਤਾ। ਕਿਹਦੇ ਤੋਂ ਪੁੱਛਾਂ ਕਿਉਂ ਕੀਤਾ ਇੱਦਾਂ, ਕਿਉਂ ਕੀਤਾ ਇੱਦਾਂ ਦੀਦੀ ਮੇਰੇ ਨਾਲ? ਮੈਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੋਈ ਗਲਤੀ ਕੀਤੀ ਸੀ ਤੇ ਉਹਦੀ ਸਜ਼ਾ ਮਿਲੀ ਹੈ ਮੈਨੂੰ। ਪੱਥਰ ਬਣ ਗਈ ਦੀਦੀ, ਮੈਂ ਪੱਥਰ ਬਣ ਗਈ। ਮੈਂ ਕਹਿੰਦੇ ਬਹੁਤ ਐਕਟਿਵ ਸੀ, ਹਾਲਾਂਕਿ ਤਸਵੀਰਾਂ ਤੋਂ ਵੀ ਅਸੀਂ ਦੇਖ ਰਹੇ ਹਾਂ ਦਿਲਰੋਜ਼ ਬਹੁਤ ਪਿਆਰੀ ਸੀ। ਸ਼ਾਇਦ ਉਹਨੇ ਰਹਿਣਾ ਨਹੀਂ ਸੀ ਉਹਨੇ, ਇਸੇ ਲਈ ਉਹ ਜੀਨੀਅਸ ਸੀ। ਉਹ ਆਪਣੀ ਏਜ ਤੋਂ, ਆਪਣੀ ਉਮਰ ਦੇ ਨਾਲੋਂ ਉਹ ਜ਼ਿਆਦਾ ਐਕਟਿਵ ਸੀਗੀ। ਬਟ ਸ਼ਾਇਦ ਇਹਨੂੰ ਮੈਂ ਰੱਬ ਦਾ ਭਾਣਾ ਵੀ ਨਹੀਂ ਮੰਨ ਸਕਦੀ ਦੀਦੀ, ਕਿਉਂਕਿ ਅਗਰ ਰੱਬ ਦਾ ਭਾਣਾ ਹੁੰਦਾ ਤਾਂ ਮੇਰੇ ਹੱਥਾਂ 'ਚੋਂ ਜਾਣੀ ਸੀ ਤੇ ਮੈਨੂੰ ਲਾਸਟ ਟਾਈਮ ਤੱਕ ਮੈਨੂੰ ਚੱਕਣ ਦਾ ਮੌਕਾ ਨਹੀਂ ਮਿਲਿਆ ਉਹਨੂੰ। ਅਗਰ ਉਹ ਜਾਂਦੀ ਤੇ ਰੱਬ ਦਾ ਭਾਣਾ ਹੁੰਦਾ ਤੇ ਮੈਂ ਮੰਨਦੀ, ਮੈਂ ਆਪਣੇ ਨਾਲ ਲਾ ਕੇ ਤੇ ਚਲ ਗਈ। ਬਟ ਇਹਨੂੰ ਮੈਂ ਰੱਬ ਦਾ ਭਾਣਾ ਨਹੀਂ ਕਹਿ ਸਕਦੀ, ਇਹ ਵਾਹਿਗੁਰੂ ਦਾ ਭਾਣਾ ਥੋੜੀ ਆ। ਵਾਹਿਗੁਰੂ ਦਾ ਭਾਣਾ ਹੁੰਦਾ ਤਾਂ ਮੇਰੀ ਗੋਦੀ 'ਚ ਲੈ ਜਾਂਦਾ। ਲਾਸਟ ਟਾਈਮ ਤੱਕ ਪੋਸਟਮਾਰਟਮ ਕਰਤਾ, ਉਹਦੀ ਹਾਲਤ ਇੱਦਾਂ ਦੀ ਕਰਤੀ ਕਿ ਮੈਂ ਉਹਨੂੰ ਉਠਾ ਵੀ ਨਹੀਂ ਸਕੀ ਆਪਣੀ ਗੋਦੀ ਵਿੱਚ। ਤੁਹਾਨੂੰ ਝੂਠ ਬੋਲ ਕੇ ਲੈ ਕੇ ਗਏ ਸੀਗੇ? ਮੈਨੂੰ ਬੋਲ ਕੇ ਨਹੀਂ ਲੈ ਕੇ ਗਈ ਦੀਦੀ, ਅਗਰ ਬੋਲ ਵੀ ਦਿੰਦੀ ਤਾਂ ਮੈਂ ਭੇਜ ਦੇਣੀ ਸੀਗੀ। ਮੈਨੂੰ ਪਤਾ ਨਹੀਂ ਨਾ ਲੱਗਾ ਕਿ ਉਹ ਗੇਟ ਵਿੱਚ ਖੜੀ ਖੇਡ ਰਹੀ ਆ ਕਿ ਉਹ ਚਲੀ ਗਈ ਆ। ਮੈਨੂੰ 2 ਮਿੰਟ ਬਾਅਦ 'ਚ ਹੀ ਪਤਾ ਲੱਗ ਗਿਆ ਵੀ ਬੂਆ ਨਾਲ ਗਈ ਆ। ਤੇ ਮੈਂ ਇਹ 'ਤੇ ਕੀ ਐਕਸ਼ਨ ਲੈਣਾ ਸੀ, ਕਿਉਂਕਿ ਮੈਨੂੰ ਥੋੜ੍ਹੀ ਪਤਾ ਸੀਗਾ ਕਿ ਉਹ ਇੱਦਾਂ ਦੀ ਉਹਦੀ ਥਿੰਕਿੰਗ ਆ ਜਾਂ ਕੁਛ ਵੀ ਲਾ ਲਓ ਤੁਸੀਂ ਨਾ। ਮੈਂ ਤਾਂ ਜਸਟ ਉਹਨੂੰ ਫ਼ੋਨ ਇਸ ਲਈ ਕੀਤਾ ਸੀ ਕਿ ਮੇਰਾ ਬੱਚਾ ਸੋ ਨਾ ਜਾਵੇ, ਨਾ ਕਿ ਮੈਨੂੰ ਉੱਤੇ ਕੋਈ ਸ਼ੱਕ ਸੀ, ਨਾ ਮੈਨੂੰ ਕੋਈ ਇੱਦਾਂ ਦਾ ਕੁਛ ਸੀ। ਮੈਂ ਤਾਂ ਉਹਨੂੰ ਸਿਰਫ ਆਪਣੀ ਬੱਚੇ ਦੀ ਸੇਫਟੀ ਲਈ ਫ਼ੋਨ ਕੀਤਾ ਸੀ। ਮੈਨੂੰ ਥੋੜ੍ਹੀ ਪਤਾ ਸੀ ਉਹਨੇ ਮਾਰਤਾ ਉਹਨੂੰ, ਮੈਨੂੰ ਇੱਦਾਂ ਦਾ ਕੁਛ ਨਹੀਂ। ਅਗਰ ਮੈਂ ਉਹਨੂੰ ਨਾ ਵੀ ਫ਼ੋਨ ਕਰਦੀ, ਮੇਰੇ ਮਾਈਂਡ ਵਿੱਚ ਨਾ ਆਉਂਦਾ ਰਾਈਟ, ਅਤੇ ਮੇਬੀ ਮੈਂ ਇੱਥੇ ਬੈਠੀ ਰਹਿਣਾ ਸੀ ਕਿ ਇਹ ਵਾਪਸ ਲੈ ਕੇ ਆਊਗੀ, ਔਰ ਉਹਨੇ 1 ਘੰਟੇ ਬਾਅਦ ਆਉਣਾ ਸੀ ਤਾਂ ਮੈਨੂੰ ਤਾਂ ਬਹੁਤ ਲੇਟ ਹੋ ਜਾਣਾ ਸੀ। ਸਭ ਕੁਛ ਪਤਾ ਨਹੀਂ ਚੱਲਣਾ ਸੀ ਕਿ ਦਿਲਰੋਜ਼ ਕਿੱਥੇ ਚਲੀ ਗਈ ਆ। ਸੁਸ਼ਮਾ ਦੀ ਹਾਲਤ ਵੀ, ਉਸਦੀ ਕਹਾਣੀ ਵੀ ਅਸੀਂ ਸੁਣਾਈ ਹੈ ਕਿ ਕੀ ਬੀਤੀ ਹੋਏਗੀ। ਇਹ ਛੋਟਾ ਭਰਾ ਹੈ ਦਿਲਰੋਜ਼ ਦਾ। ਹਾਲਾਂਕਿ ਕਹਿਣਾ ਇਹ ਵੀ ਹੈ ਕਿ ਇਹਨਾਂ ਨੂੰ ਵੀ ਲੈ ਕੇ ਜਾਣ ਦੀ ਜਿਹੜੀ ਕੋਸ਼ਿਸ਼ ਹੈ ਉਹਨਾਂ ਨੇ ਕੀਤੀ ਸੀ, ਪਰ ਇਹਨਾਂ ਨੇ ਜਾਣ ਤੋਂ ਮਨਾ ਕਰ ਦਿੱਤਾ ਸੀਗਾ।
ਪਰ ਉਹ ਇਹੀ ਘਰ ਹੈ। ਇਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਸ ਘਰ ਦੇ ਵਿੱਚ ਜਿੱਥੇ ਇੱਕ ਛੋਟੀ ਦੀ ਬੱਚੀ ਉਸਦੀ ਹੱਸੀ ਗੂੰਜਦੀ ਸੀ, ਉਸਦੇ ਮਾਂ ਪਿਓ ਨੇ ਹਰ ਇੱਕ ਚੀਜ਼, ਹਰ ਇੱਕ ਜ਼ਿੱਦ ਉਸਦੀ ਪੁਗਾਉਣੀ। ਅਤੇ ਇਹ ਉਹੀ ਘਰ ਹੈ, ਉਹੀ ਵਿਹੜਾ ਹੈ ਜਿੱਥੋਂ ਇੱਕ ਛੋਟੀ ਜਿਵੇਂ 2.5 ਸਾਲ ਦੀ ਬੱਚੀ ਦੀ ਹੱਸਦੀ ਹੋਈ ਸ਼ਕਲ ਜਿਹੜੀ ਹੈ, ਹੱਸਦੀ ਹੋਈ ਰੂਹ ਜਿਹੜੀ ਹੈ, ਉਹ ਇੱਥੋਂ ਦੀ ਜਾ ਚੁੱਕੀ ਹੋਈ ਹੈ। ਤੇ ਸਿਰਫ ਇੱਕ ਇਸੀ ਦੀਵਾਰ ਦੇ ਉਸ ਪਾਰ ਰਹਿਣ ਵਾਲੀ ਔਰਤ ਨੇ ਅਜਿਹਾ ਕੰਮ ਕੀਤਾ ਹੈ। ਸੋ ਇਨਸਾਫ ਦੀ ਮੰਗ ਜ਼ਰੂਰ ਕਰ ਰਿਹਾ ਹੈ ਲਗਾਤਾਰ ਦਿਲਰੋਜ਼ ਦਾ ਪਰਿਵਾਰ। ਪੂਰੀ ਦੁਨੀਆ ਭਰ ਤੋਂ ਇਨਸਾਫ ਦੀ ਇਹ ਮੰਗ ਆ ਰਹੀ ਹੈ ਕਿ ਇਨਸਾਫ ਮਿਲਣਾ ਚਾਹੀਦਾ ਹੈ। ਇੱਕ 2.5 ਸਾਲਾਂ ਦੀ ਬੱਚੀ ਦੇ ਨਾਲ ਆਖਿਰਕਾਰ ਕਿਸੇ ਦੀ ਕਿਉਂ ਰੰਜਿਸ਼ ਹੋ ਸਕਦੀ ਹੈ? ਜੇਕਰ ਹੋਏਗੀ ਤਾਂ ਕਿਸੇ ਵੱਡੇ ਦੇ ਨਾਲ ਹੋਏਗੀ, ਪਰ ਇਹ ਗੁੱਸਾ ਜਿਹੜਾ ਹੈ ਉਹ ਇੱਕ 2.5 ਸਾਲ ਦੀ ਬੱਚੀ ਦੇ ਉੱਤੇ ਇਸ ਤਰੀਕੇ ਦੇ ਨਾਲ ਉਸ ਦੀ ਹੱਤਿਆ ਕਰਕੇ ਉਸ ਨੂੰ ਦਫਨਾ ਦੇਣਾ ਘਿਨਾਉਣਾ ਪਾਪ ਵੀ ਹੈ, ਪਰ ਉਸ ਤੋਂ ਬਾਅਦ ਦਿਲ ਨੂੰ ਝੰਜੋੜ ਦਿੰਦਾ ਹੋਇਆ ਇਹ ਪੂਰਾ ਵਾਕਿਆ ਹੈ ਜਿਸ ਦੇ ਵਿੱਚ ਮੇਜ਼ ਇੱਕ 2.5 ਸਾਲ ਦੀ ਬੱਚੀ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਮਾਰ ਦਿੱਤਾ ਗਿਆ। ਇਨਸਾਫ ਦੀ ਮੰਗ ਅਸੀਂ ਵੀ ਕਰਦੇ ਹਾਂ ਕਿ ਜਲਦ ਤੋਂ ਜਲਦ ਮਾਪਿਓ ਨੂੰ ਇਨਸਾਫ ਮਿਲਣਾ ਚਾਹੀਦਾ, ਕਿਉਂਕਿ ਕਿਸੇ ਵੀ ਮਾਪਿਓ ਦੀ ਜੇਕਰ 2.5 ਸਾਲ ਦਾ ਬੱਚਾ ਇਸ ਤਰੀਕੇ ਦੇ ਨਾਲ ਜਾਏਗਾ ਤਾਂ ਉਸ ਨੂੰ ਵੀ ਬੇਹੱਦ ਅਫਸੋਸ ਹੋਏਗਾ। ਕੈਮਰਾਮੈਨ ਪਵਨ ਦੇ ਨਾਲ ਮੈਂ ਸ਼ਿਫਾਲੀ, ਦੈਨਿਕ ਸਵੇਰਾ ਟੀਵੀ, ਲੁਧਿਆਣਾ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ। ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ करो बाबा सलीम खान 98 199 37 467। ਨਾ ਤੂੰ ਫੇਰ ਝੰਡਾ ਚੁੱਕ ਲਿਆ। ਤੂੰ ਪੰਜੇ ਵਾਲਾ ਝੰਡਾ ਚੁੱਕੀ ਰੱਖਿਆ ਤੇ ਹੁਣ ਕੇਸਰੀ ਚੁੱਕ ਲਿਆ। ਮੂਰਖ ਸਾਂ ਮੈਂ, ਕਮਲਾ ਹੋ ਗਿਆ ਸਾਂ। ਝੂਠੇ ਲਾਰਿਆਂ ਵਿੱਚ ਫਸ ਗਿਆ ਸੀ ਮੈਂ। ਕਹਿੰਦੇ ਸੀ ਸਾਰੇ ਕਰਜ਼ੇ ਮਾਫ ਕਰ ਦਿਆਂਗੇ, ਸਹੂਲਤਾਂ ਮਿਲਣਗੀਆਂ। ਮਿਲ ਗਈਆਂ ਫਿਰ। ਸਵਾ ਕਰਜ਼ਾ ਮਾਫ ਕਰਨਾ ਤੇ ਦੂਰ, ਨਾਲ ਦਾ ਖੇਤ ਵੀ ਬੈਂਕ ਵਾਲੇ ਲੈ ਗਏ। ਆੜਤੀ ਦੇ ਤਰਲੇ ਕਰ ਕਰਕੇ ਮਸਾਂ ਇੱਕ ਛੋਟਾ ਖੇਤ ਬਚਿਆ। ਇਹਦੇ ਨਾਲੋਂ ਤਾਂ ਬਾਦਲ ਕਿਤੇ ਚੰਗੇ ਸੀ। ਹਾਂ, ਉਹ ਗਰੀਬਾਂ ਬਾਰੇ ਸੋਚਦਾ ਸੀ। 200 ਯੂਨਿਟ ਬਿਜਲੀ ਦੇ ਫ੍ਰੀ ਸੀ। ਆਟਾ, ਦਾਲ, ਪੈਨਸ਼ਨ ਸਭ ਟਾਈਮ ਸਿਰ ਮਿਲ ਜਾਂਦਾ ਸੀ। ਆਪਣੀ ਜੋਤੀ ਦੇ ਵਿਆਹ ਦਾ ਸ਼ਗਨ ਵੀ ਤੇ ਝਟਪਟ ਹੀ ਮਿਲ ਗਿਆ ਸੀ। ਸਿਹਤ ਬੀਮਾ ਸੀ। ਪਿੰਡਾਂ ਦੀ ਨੁਹਾਰ ਬਦਲਣ ਲਈ ਖੁੱਲੇ ਗ੍ਰਾਂਟਾਂ ਦੇ ਗੱਫੇ। ਬਥੇਰਾ ਕੁਝ ਹੋਇਆ ਹੈ। ਹੁਣ ਕਰੀਏ ਕੀ? ਕਰਨਾ ਕੀ ਹੈ? ਐਤਕੀ ਉਹਦੀ ਬਾਂਹ ਫੜਨੀ ਹੈ ਜਿਹੜਾ ਸਮਝੇ ਸਾਡੇ ਦਰਦਾਂ ਨੂੰ।